ਸਲਾਮੁਅਲੈਕਮ। ਵਾਲੇਕੁਮ ਸਲਾਮ ਜੀ। ਹਾਂਜੀ ਦੋਸਤੋ, ਸੁਣੋ ਅੱਜ ਫਿਰ ਤੁਸੀਂ ਕਹਾਣੀ। ਤੁਸੀਂ ਬੜੀਆਂ ਕਹਾਣੀਆਂ ਵੇਖਦੇ ਹੋਗੇ, ਸੁਣਦੇ ਹੋਗੇ। ਇਹ ਕਹਾਣੀ ਸੁਣੋ ਜ਼ਰਾ। ਸੁਣਾ ਬਈ। ਭਾਈਜਾਨ ਗਿੱਦੜ था एक ਗਿੱਦੜ। ਅੱਛਾ ਤੇ ਉਹਦੇ ਨਾਲ ਗਿੱਦੜੀ ਵੀ ਸੀ। ਅੱਛਾ। ਗਿੱਦੜੀ ਸੀ ਸੂਣ ਵਾਲੀ। ਉਹ ਗਿੱਦੜ ਨੂੰ ਰੋਜ਼ ਕਹਿ ਕੇ ਭਲੇ ਮਾਨਸਾ ਕੋਈ ਘਰ ਬਣਾ ਲੈ, ਕੋਈ ਖੱਡ ਪੱਟ ਲੈ, ਤੇ ਮੈਂ ਹੁਣ ਸੂਣੇ ਨੇ ਬੱਚੇ ਦੇਵਾਂਗੀ। ਉਹ ਕਹਿੰਦਾ ਚਲੋ ਪੱਟ ਲੈ, ਖੱਡ ਦੀ ਕਿਹੜੀ ਗੱਲ। ਅੱਛਾ। ਅਖੀਰ ਆ ਇੱਕ ਦਿਨ ਉਹ ਕਹਿਣ ਲੱਗੇ ਮੈਂ ਕਹਿੰਦਾ ਨਾ ਅੱਜ ਆਖਰੀ ਦਿਨ ਹੈ ਤੇ ਮੈਂ ਮਤਲਬ ਸੂ ਪੈਣਾ ਜੀ, ਮਤਲਬ ਬੱਚੇ ਦੇ ਦੇਣੇ। ਹਾਂ ਬੱਚੇ ਦੇ ਦੇਣੇ ਨੇ। ਅੱਛਾ। ਉਹ ਕਹਿੰਦਾ ਕਿ ਆ ਜਾ ਚੱਲ ਫਿਰ ਆ ਜਾ ਕਹਿੰਦਾ ਚੱਲੀਏ। ਉਹਨੂੰ ਲੈ ਕੇ ਟੁਰ ਪਿਆ ਗਿੱਦੜੀ ਨੂੰ। ਅੱਗੇ ਇੱਕ ਸ਼ੇਰ ਦੀ ਖੱਡ ਪਈ ਸੀ। ਅੱਛਾ। ਉਹ ਸ਼ੇਰ ਦੀ ਖੱਡ 'ਚ ਵੜ ਗਏ। ਅੱਛਾ। ਉਹ ਗਿੱਦੜੀ ਕਹਿੰਦੀ ਵੀ ਗੱਲ ਇਹ ਹੈ ਵੀ ਇਹ ਤਾਂ ਖੱਡ ਸ਼ੇਰ ਦੀ ਹੈ, ਮਤਲਬ ਸ਼ੇਰ ਦਾ ਘਰ ਸੀ ਜਿਹੜਾ ਉਹਦੇ ਵਿੱਚ ਵੜ ਗਿਆ। ਉਸ ਦੇ ਵੜ ਗਿਆ। ਹਾਂ। ਗਿੱਦੜੀ ਕਹਿ ਲੱਗੀ ਵੀ ਇਹ ਤਾਂ ਸ਼ੇਰ ਦਾ ਘਰ ਹੈ। ਕਹਿਣ ਲੱਗਾ ਵੀ ਸ਼ੇਰ ਦੀ ਕੀ ਜ਼ਰੂਰਤ ਹੈ। ਉਹ ਜੰਗਲ ਦੇ ਕਹਿੰਦਾ ਬਾਦਸ਼ਾਹ ਆਪਾਂ। ਅੱਛਾ। ਜਿੱਥੇ ਮਰਜ਼ੀ ਫਿਰੀ ਜਾਈਏ। ਆ ਜਿਵੇਂ ਹਕੂਮਤ ਵਾਲੇ ਕਹਿੰਦੇ ਅਸੀਂ ਬਾਦਸ਼ਾਹ। ਉਹ ਬਾਦਸ਼ਾਹ ਕਹਿੰਦਾ ਜੰਗਲ ਦਾ ਮੈਂ ਆ, ਜਿੱਥੇ ਮਰਜ਼ੀ ਅਸੀਂ ਕਬਜ਼ਾ ਕਰ ਲਈਏ। ਅਬੇ ਕਰ ਲਿਆ ਕਬਜ਼ਾ। ਅੱਛਾ। ਚਲੋ ਜੀ ਉੱਥੇ ਜਾ ਕੇ ਉਹ ਗਿੱਦੜੀ ਸੂਪੀ, ਬੱਚੇ ਦਿੱਤੇ ਉਹਨੇ। ਹੁਣ ਗਿੱਦੜ ਜਿਹੜਾ ਵੀ ਗੇੜਾ ਦੇ ਕੇ ਬਾਹਰ ਨਿਕਲ ਕੇ ਦੇਖੇ, ਨਿਗਾਹ ਚਾਰ ਸਵੇਰੇ ਮਾਰੇ। ਅੱਛਾ। ਉਹ ਗਿੱਦੜੀ ਕਹਿਣ ਲੱਗੀ ਤੂੰ ਹੁਣ ਬਾਹਰ ਕੀ ਦੇਖਦਾ। ਅੱਛਾ। ਕਹਿੰਦਾ ਅੱਲਾ ਦੇ ਬੰਦੇ ਮੈਂ ਦੇਖਦਾ ਸ਼ੇਰ ਨੂੰ। ਕਿਤੇ ਸ਼ੇਰ ਆ ਹੀ ਨਾ ਜਾਵੇ। ਸ਼ੇਰ ਆ ਹੀ ਨਾ ਜਾਵੇ। ਅੱਛਾ। ਕਿਉਂਕਿ ਇਹ ਸ਼ੇਰ ਹੁੰਦੇ ਨੇ ਜੰਗਲ ਦੇ ਬਾਦਸ਼ਾਹ, ਇਹ 2-2 3-3 ਮਹੀਨੇ 6-6 ਮਹੀਨੇ ਨਹੀਂ ਮੁੜਦੇ। ਤੇ ਫਿਰ ਮੈਂ ਤਾਂ ਦੇਖਦਾ ਵੀ ਕਿਤੇ 2-3 ਮਹੀਨੇ ਪਹਿਲੇ ਦਿਨ ਗਿਆ ਹੋਵੇ, ਇਹ ਆ ਨਾ ਜਾਵੇ। ਬੱਚਿਆਂ ਦੀ ਪੈਦਾਇਸ਼ ਉਹਨਾਂ ਦੀ ਹੋ ਗਈ ਸ਼ੇਰ ਦੇ ਘਰ। ਹਾਂ ਉਹ ਘਰ ਚ ਹੋ ਗਏ ਉਹਦੇ। ਅੱਛਾ। ਉਹ ਯਾਰ ਜੀ ਮਹੀਨਾ ਕਿਤਾ ਐਵੇਂ ਜਿਵੇਂ ਟਪਾਇਆ। ਅੱਛਾ। ਬੱਚੇ ਕੁਛ ਬਾਹਲਾ ਹੋ ਗਏ, ਥੋੜੇ ਜਿਹੇ ਬੜੇ ਹੋ ਗਏ। ਹੁਣ ਗਿੱਦੜ ਕਹਿੰਦਾ ਗਿੱਦੜੀ ਨੂੰ ਵੀ ਗੱਲ ਸੁਣ ਮੇਰੀ, ਜੇ ਖੁਦਾ ਨਾ ਖਾਸ ਸ਼ੇਰ ਆ ਹੀ ਜਾਂਦਾ, ਇੱਕ ਮੈਂ ਤੈਨੂੰ ਦੱਸਦਾ ਤਜਰਬਾ। ਹਾਂ, ਸ਼ੇਰ ਨੂੰ ਡਰਾਉਣ ਦਾ ਤਜਰਬਾ। ਕਹਿਣ ਲੱਗਾ ਜਦੋਂ ਸ਼ੇਰ ਆਣਾ ਨਾ ਮੈਂ ਤੈਨੂੰ ਕਹੂੰਗਾ ਵੀ ਭਾਗਮਾਨ ਦੇ ਬੱਚੇ ਕਿਉਂ ਰੋਂਦੇ। ਅੱਛਾ। ਤੂੰ ਇਹ ਗੱਲ ਕਰਨੀ ਹੈ ਵੀ ਸ਼ੇਰ ਦਾ ਗੋਸ਼ਤ ਮੰਗਦੇ ਨੇ। ਸ਼ੇਰ ਦਾ ਗੋਸ਼ਤ। ਹਾਂ। ਅੱਛਾ। ਤਾਂ ਕਹਿੰਦਾ ਸ਼ੇਰ ਨਹੀਂ ਖੜਦਾ। ਅੱਛਾ। ਠੀਕ ਹੋ ਗਿਆ ਜੀ। ਉਹ 3-4 ਦਿਨਾਂ ਬਾਅਦ ਨਾ ਸ਼ੇਰ ਆ ਗਿਆ ਆਪਣੇ ਘਰ ਨੂੰ। ਅੱਛਾ। ਜਦ ਸ਼ੇਰ ਆਇਆ ਨਾ ਤੇ ਗਿੱਦੜ ਨੇ ਵੇਖ ਲਿਆ। ਗਿੱਦੜ ਨੇ ਦੇਖ ਲਿਆ ਤਾਂ 10 ਕਰਮਾਂ ਤੋਂ ਨਾ ਬੱਚਿਆਂ ਦਾ ਉਹਨੇ ਕਹਿ ਰਵਾ ਦੇ। ਅੱਛਾ। 10 ਫੁੱਟ ਤੋਂ। 10 ਫੁੱਟ ਤੋਂ ਜਦ ਬੱਚੇ ਰੋਏਗਾ ਸ਼ੇਰ ਉੱਥੇ ਯਕਦਮ ਖੜ ਗਿਆ। ਸ਼ੇਰ ਨੇ ਕਿਹਾ ਵੀ ਇਹ ਮੇਰੇ ਘਰ ਤੇ ਕਬਜ਼ਾ, ਇਹ ਕੀ ਬਲਾ। ਅੱਛਾ। ਕਹਿੰਦਾ ਵੀ ਭਾਗਮਾਨ ਦੇ ਬੱਚੇ ਕਿਉਂ ਰੋਂਦੇ ਨੇ। ਕਹਿਣਾ ਕਿ ਵੀ ਇਹ ਨਾ ਸ਼ੇਰ ਦਾ ਗੋਸ਼ਤ ਮੰਗਦੇ ਨੇ। ਅੱਛਾ। ਕਹਿੰਦਾ ਜਿਹੜਾ ਮੈਂ ਕੱਲ ਲਿਆ ਥਾ, ਉਹ ਕਹਿਣ ਕਿ ਬਾਸੀ ਹੋ ਗਿਆ, ਤਾਜ਼ਾ ਮੰਗਦੇ ਨੇ। ਉਹ ਬੱਚੇ ਖਾ ਕੇ ਜਿਹੜਾ ਬਚਿਆ ਸੀ ਉਹ ਸਿੱਟ ਦਾ। ਹਾਂ, ਸਿੱਟ ਤੋਂ ਖਾਂਦੇ ਨਹੀਂ, ਹੁਣ ਬਾਸੀ ਤਾਜ਼ਾ ਮੰਗਦੇ ਨੇ। ਅੱਛਾ। ਤਾਜ਼ਾ ਗੋਸ਼ਤ। ਹਾਂ। ਉਹ ਕਹਿਣਾ ਕਿ ਚਲੋ ਮੈਂ ਦੇਖਦਾ ਜਾਨਾ ਬਾਹਰ, ਜੇ ਕਿਤੇ ਕੋਈ ਸ਼ੇਰ ਟੱਕਰ ਗਿਆ ਨਾ ਮੈਂ ਹੁਣੇ ਲਿਆ ਮਾਰ ਕੇ ਉਹਨੂੰ। ਸ਼ੇਰ ਉੱਥੋਂ ਭੱਜ ਪਿਆ। ਸ਼ੇਰ ਨੇ ਕਿਹਾ ਕੋਈ ਬੜੀ ਬਲਾ ਹੈ। ਸ਼ੇਰ ਨੇ ਕਿਹਾ ਤੂੰ ਬਹੁਤ ਵੱਡੀ ਬਲਾ ਹੈ ਕੋਈ। ਅੱਗੇ ਜਾਇਆ ਟੱਕਰ ਗਿਆ ਨੂੰ ਮਾਮਾ ਬਾਂਦਰ। ਕਹਿੰਦਾ ਮਾਮਾ ਕਿੱਥੇ ਜਾਣਾ। ਕਹਿੰਦਾ ਕਿ ਦੱਸਾਂ ਯਾਰ ਭਾਣਜਾ, ਉੱਥੇ ਤਾਂ ਮੇਰੇ ਘਰ ਤੇ ਕਿਸੇ ਨੇ ਕਬਜ਼ਾ ਕਰ ਲਿਆ। ਅੱਛਾ। ਉਹ ਤਾਂ ਬਹੁਤ ਕੋਈ ਤਕੜੀ ਚੀਜ਼ ਹੈ। ਉਹਦੇ ਕਹਿੰਦਾ ਬੱਚੇ ਜਿਹੜੇ ਨਾ ਗੋਸ਼ਤ ਸ਼ੇਰ ਦੇ ਖਾਂਦੇ ਨੇ। ਅੱਛਾ। ਉਹ ਕਹਿੰਦਾ ਮਾਮਾ ਐਵੇਂ ਡਰ ਜਾਂਦਾ। ਕਹਿੰਦਾ ਉਹ ਨਾ ਇੱਥੇ ਕੱਲ ਗਿੱਦੜੀ ਤੇ ਗਿੱਦੜ ਫਿਰਦੇ ਸੀ। ਅੱਛਾ। ਉਹੀ ਹੋਣਗੇ। ਅੱਛਾ। ਨਹੀਂ ਕਹਿੰਦਾ ਮੇਰਾ ਦਿਲ ਨਹੀਂ ਮੰਨਦਾ। ਉਹ ਕਹਿੰਦਾ ਨਹੀਂ ਮਾਮਾ, ਕਹਿੰਦਾ ਉਹੀ ਹੋਣਗੇ, ਕੱਲ ਇੱਥੇ ਗਿੱਦੜ ਤੇ ਗਿੱਦੜ ਨਾ ਫਿਰਦੇ ਸੀਗੇ ਗੱਲਾਂ ਕਰਦੇ। ਅੱਛਾ। ਵੀ ਆਪਾਂ ਖੱਡ ਪੱਟਣੀ ਖੱਡ ਪੱਟੀ, ਤੇਰੀ ਖੱਡ ਵੜ ਗਈ। ਅੱਛਾ। ਤੇਰੇ ਘਰ ਚ ਵੜ ਗਿਆ। ਤੇਰੇ ਘਰ ਚ ਵੜ ਗਈ। ਅੱਛਾ। ਚਲੋ ਜੀ ਆ ਜਾ। ਕਹਿੰਦਾ ਮੈਂ ਤੂੰ ਮੈਨੂੰ ਦਿਖਾ, ਕਹਿੰਦਾ ਕਿੱਥੇ ਨੂੰ। ਅੱਛਾ। ਹੁਣ ਸ਼ੇਰ ਦਾ ਦਿਲ ਹੁੰਦਾ ਛੋਟਾ। ਅੱਛਾ। ਸ਼ੇਰ ਕਹਿੰਦਾ ਗੱਲ ਸੁਣ ਮੇਰੀ, ਮੈਂ ਤੇਰੇ ਨਾਲ ਆਈ ਨਹੀਂ ਜਾਂਦਾ। ਤੂੰ ਕਹਿੰਦਾ ਤੂੰ ਕੋਈ ਰੱਸਾ ਲੈ ਕੇ ਆ। ਅੱਛਾ। ਕਿਸੇ ਜ਼ਿਮੀਦਾਰ ਦਾ। ਅਬੇ ਤੂੰ ਤੇ ਭੱਜੇਗਾ, ਮੈਂ ਫਸ ਜਾਊਂਗਾ। ਤੂੰ ਭੱਜੇਗਾ ਕਹਿੰਦਾ ਮੈਨੂੰ ਫਸਾ ਕੇ। ਤੇ ਮੈਂ ਕਹਿੰਦਾ ਆਈ ਨਹੀਂ ਜਾਂਦਾ। ਉਹ ਬਾਂਦਰ ਗਿਆ ਨਾਲ ਉਹਨੇ ਆ ਲੋਕਾਂ ਦੇ ਜੱਟਾਂ ਦੇ ਹਲ ਪੰਜਾਈ ਪਹਿਨਦੇ ਸੀ। ਅਬੇ ਰੱਸਾ ਚੱਕ ਲਿਆ। ਰਸਾ ਚੱਕ ਲਿਆ। ਕਹਿੰਦਾ ਮਾਮਾ ਲੈ, ਜੇ ਤੈਨੂੰ ਨਹੀਂ ਨਾ ਯਕੀਨ ਆ ਲੈ ਰਸਾ ਆਉਰਾ ਕਰ ਗੱਲ। ਉਹਨੇ ਬਾਂਦਰ ਦੇ ਗਲ ਚ ਰੱਸਾ ਪਾ ਲਿਆ। ਬਾਂਦਰ ਨੇ ਆਪਦੇ ਗਲ ਚ ਹੀ ਰੱਸਾ ਪਾ ਲਿਆ, ਉਹਦੇ ਗਲ ਚ ਤੇ ਉਹਦੇ ਵੀ ਪਾਤਾ। ਲੈ ਕਹਿੰਦਾ ਮਾਮਾ ਹੁਣ ਤਾਂ ਤੈਨੂੰ ਡਰ ਕੋਈ ਨਹੀਂ। ਕਹਿੰਦਾ ਹਾਂ ਚੱਲ। ਅੱਗੇ ਗਿਆ ਤੇ ਅੱਗੇ ਗਿੱਦੜ ਦੇਖਣ ਲੱਗ ਰਿਹਾ। ਕਹਿਣ ਲੱਗਿਆ ਗਿੱਦੜੀ ਨੂੰ ਵੀ ਗੱਲ ਸੁਣ ਮੇਰੀ, ਅੱਗੇ ਤਾਂ ਨਹੀਂ ਮਰਦੇ ਸੀ, ਹੁਣ ਮਰਾਂਗੇ। ਹੁਣ ਚੁਗਲਖੋਰ ਜਿਹੜਾ ਨਾ ਬਾਂਦਰ ਨਾਲ ਆ ਗਿਆ। ਹਾਂ, ਬਾਂਦਰ ਉਹਨੂੰ ਸ਼ੇਰ ਨੂੰ ਵਾਪਸ ਲਈ ਜਾਂਦਾ। ਤੇ ਆਪਾਂ ਨੂੰ ਇਹ ਬਾਂਦਰ ਮਰਵਾ ਦੇਗਾ। ਤੇ ਹੁਣ ਆਪਾਂ ਬਚਦੇ ਕੋਈ ਨਹੀਂ। ਇੱਕ ਕੁੰਡੀ ਹੈਗੀ ਹੈ, ਪਰ ਉਹ ਅੱਲਾ ਕਰੇ ਜੇ ਪਾਸ ਆ ਗਈ। ਅਬੇ ਇੱਕ ਹੋਰ ਆਈਡੀਆ ਹੈ। ਕਹਿਣ ਲੱਗੇ ਵੀ ਕਹਿੰਦਾ ਤੂੰ ਬੱਚੇ ਨੂੰ ਆਈ। ਹਾਂ। ਉਹ ਕਹਿੰਦਾ ਵੀ ਠੀਕ ਹੈ। ਜਦੋਂ ਸ਼ੇਰ ਜਿੱਥੇ ਪਹਿਲੇ ਆਇਆ ਸੀ ਨਾ, ਉੱਥੇ ਦਾ ਬਾਂਦਰ ਆ ਗਿਆ।
ਤੇ ਸ਼ੇਰ ਜਨਾਬ ਜੀ 5-6 ਫੁੱਟ ਪਿੱਛੇ ਖੜਾ ਹੋਵੇ 5-6 ਫੁੱਟ ਪਿੱਛੇ ਚਲਾ ਗਿਆ। ਹਾਂ ਰੱਸਾ ਤਣਿਆ ਪਿਆ ਵੇ ਬਾਂਦਰ ਅੱਗੇ ਹੂੰ ਤੇ ਸ਼ੇਰ ਪਿੱਛੇ। ਅੱਛਾ ਜਦੋਂ ਅੰਦਰ ਰੌਲਾ ਪਿਆ ਨਾ ਹੂੰ ਸ਼ੇਰ ਕਹਿਣ ਲੱਗਿਆ ਵੀ ਇਹ ਦੇਖ ਹੂੰ ਰੌਲਾ ਪਸਾਉਣ ਵਾਲੀ ਹੂੰ ਕਹਿੰਦਾ ਕੁਛ ਨਹੀਂ ਹੁੰਦਾ ਕਹਿੰਦਾ ਇਹ ਗਿੱਦੜ ਹੈ ਤੂੰ ਅੱਗੇ ਆ। ਹੂੰ ਉਹ ਕਹਿੰਦਾ ਨਹੀਂ ਨਹੀਂ ਪਹਿਲੀ ਗੱਲ ਸੁਣੋ ਉਹਨਾਂ ਦੀ। ਹੂੰ ਕਹਿਣ ਲੱਗਿਆ ਵੀ ਭਗਵਾਨ ਨੇ ਬੱਚੇ ਕਹਿ ਰਹੇ ਨੇ ਕਹਿੰਦੇ ਵੀ ਸ਼ੇਰ ਦਾ ਗੋਸ਼ਤ ਮੰਗਦੇ ਨੇ ਸ਼ੇਰ ਦਾ ਗੋਸ਼ਤ ਸ਼ੇਰ ਦਾ। ਹੂੰ ਕਹਿੰਦਾ ਸ਼ੇਰ ਦਾ ਗੋਸ਼ਤ ਮੰਗਦੇ ਨੇ ਕਹਿੰਦਾ ਅੱਛਾ ਇਹ ਕਰ ਹੂੰ ਮੇਰਾ ਬੇਲੀ ਇੱਕ ਬਾਂਦਰ ਬਾਂਦਰ ਉਹਨੂੰ ਮੈਂ ਕਿਹਾ ਤਾਂ ਸ਼ੇਰ ਨੂੰ ਭੋਗ ਭੁਲਾ ਕੇ ਲੈ ਕੇ ਆਈ। ਉਹ ਸ਼ੇਰ ਦੇ ਸ਼ੇਰ ਦਾ ਤੇਰੀ ਬਾਜ ਬਰਬਾਦਾ ਕਰ ਗਿਆ। ਇਹ ਬਾਂਦਰ ਇਹ ਤੇ ਗੱਲ ਚ ਸਪਾਈ ਲੈ ਕੇ ਆ ਰਿਹਾ ਬਾਂਦਰ ਨੇ ਕਹਿੰਦਾ ਸ਼ੇਰ ਨੂੰ ਘੇਰ ਕੇ ਕਸਮ ਬਰਬਾਦਾ ਬਾਂਦਰ ਆ ਕਿ ਨਹੀਂ ਮਜ਼ੇਦਾਰ ਕਹਾਣੀ ਬੜੀ ਮਜ਼ੇਦਾਰ ਕਹਾਣੀ ਹੈ। ਜੁੜਕੀ ਲਾ ਕੇ ਸ਼ੇਰ ਬਚ ਗਿਆ। ਬਾਂਦਰ ਬਣ ਅੱਛਾ ਗਿਆ। ਦੋਸਤਾਂ ਨੂੰ ਕਹਿੰਦੇ ਕਮੈਂਟ ਤੇ ਤੇਰੀ ਗੱਲ ਨਹੀਂ ਮੰਨਦੇ। ਕਰਿਆ ਕਰੋ ਭਾਈ ਕਰਿਆ ਕਰੋ ਮਿਹਰਬਾਨੀ ਤੁਹਾਡੀ ਤੁਸੀਂ ਭਰਾ ਹੋ ਸਾਡੇ ਅਸੀਂ ਤੁਹਾਡੇ ਭਰਾ ਤੁਹਾਨੂੰ ਅੱਗੇ ਵੀ ਗੱਲ ਕਰੀ ਵੀ ਸ਼ੁਗਲੀ ਗੱਲ ਇਹੀ ਹੈ ਵੀ ਪਰਚਾ ਨਹੀਂ ਹੁੰਦਾ ਤੁਹਾਡੇ ਤੇ। ਹਾਂ